जी भाग ठड़े हर संत तुम्हारे, जिन घर धन हर नामा, परवान गणी से आए, सफल तिना के कामा। परवान गणी से आए, सफल तिना के कामा। वाहिगुरु जी का खालसा, वाहिगुरु जी की फतेह। परम सत्कारयोग साध संगत जी, ਵੱਡੇ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਸ਼ਾਮ ਨੂੰ ਸ੍ਰੀ ਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਧਾਰਮਿਕ ਸੰਗੀਤ ਅਕੈਡਮੀ ਅੰਦਰ ਗੁਰੂ ਦਰਬਾਰ ਵਿੱਚ ਸੱਜ ਕੇ ਮਹਾਂਪੁਰਖਾਂ ਦੇ ਪਵਿੱਤਰ ਜੀਵਨ ਦੀ ਕਥਾ ਸਰਵਣ ਕਰਦੇ ਹੋ। ਆਪ ਜੀ ਨੇ ਕੱਲ੍ਹ ਸਰਵਣ ਕੀਤਾ, ਮਹਾਂਪੁਰਖ ਜਦੋਂ ਦਿੱਲੀ ਤੋਂ ਸ਼ਿਮਲੇ ਚਲੇ ਗਏ ਹਨ। ਮਹਾਂਪੁਰਖਾਂ ਨੂੰ 105 ਬੁਖਾਰ ਹੋਇਆ ਸੀ ਜਦੋਂ ਬੁਲੰਦ ਸ਼ਹਿਰ ਯੂਪੀ ਗਏ ਹਨ। ਉੱਥੋਂ ਦਿੱਲੀ ਆ ਗਏ ਹਨ ਦਿੱਲੀ ਦੇ ਪ੍ਰੇਮੀਆਂ ਦੇ ਨਾਲ। ਸੋ ਇੱਥੇ ਦਿੱਲੀ ਜਦੋਂ ਆਏ, ਸਰਦਾਰ ਸਾਹਿਬ ਸਿੰਘ ਅਤੇ ਸਰਦਾਰ ਗੁਰਦਿੱਤ ਸਿੰਘ ਜੀ ਦੇ ਨਾਲ ਬੁਲੰਦ ਸ਼ਹਿਰ ਤੋਂ ਦਿੱਲੀ ਆ ਗਏ। ਸੋ ਦਿੱਲੀ ਆ ਕਰਕੇ ਜਦੋਂ ਠੀਕ ਹੋ ਗਏ ਅਤੇ ਇੱਥੇ ਇਹਨਾਂ ਨੂੰ ਪਤਾ ਲੱਗਾ ਕਿ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਸ਼ਿਮਲੇ ਆਏ ਹੋਏ ਹਨ। ਸੋ ਇਹਨਾਂ ਨੂੰ ਦੱਸ ਕੇ ਅਤੇ ਸ਼ਿਮਲੇ ਨੂੰ ਚੱਲ ਪਏ। ਸਰਦਾਰ ਗੁਰਦਿੱਤ ਸਿੰਘ ਇਹ ਮਹਾਂਪੁਰਖਾਂ ਨੂੰ ਡੱਕਦੇ ਰਹੇ ਅਤੇ ਸਰਦਾਰ ਸਾਹਿਬ ਸਿੰਘ ਇਹ ਰੇਲਵੇ ਅਫਸਰ ਸਨ ਰੇਲਵੇ ਦੇ। ਇਹ ਮਹਾਂਪੁਰਖਾਂ ਨੂੰ ਡੱਕਦੇ ਰਹੇ ਵੀ ਮਹਾਂਪੁਰਖੋ ਨਾ ਜਾਓ, ਕੁਝ ਦਿਨ ਹੋਰ ਰਹੋ ਇੱਥੇ। ਪਰ ਮਹਾਂਪੁਰਖ ਨਾ ਰੁਕੇ, ਸ਼ਿਮਲੇ ਗਏ। ਕੁਝ ਦਿਨ ਮਹਾਂਪੁਰਖਾਂ ਦੇ ਕੋਲ ਰਹਿ ਕੇ ਸਤ ਸੰਗਤ ਸਰਵਣ ਕੀਤੀ ਹੈ, ਮਹਾਂਪੁਰਖਾਂ ਦਾ ਸਤਸੰਗ ਸੁਣਿਆ। ਉਪਰੰਤ ਉੱਥੇ ਇੱਕ ਸੁੰਦਰ ਦਾਸ ਅਤੇ ਰਾਮ ਲਾਲ ਇੱਦਾਂ ਨਾਮ ਸੀਗੇ, ਰਾਮ ਰਤਨ ਅਤੇ ਜਸਵੰਤ ਰਾਏ, ਇਹਨਾਂ ਨੂੰ ਅੰਮ੍ਰਿਤ ਛਕਾਇਆ ਹੈ। ਸੋ ਹੋਰ ਕੁਝ ਪਹਾੜੀਆਂ ਨੇ ਅੰਮ੍ਰਿਤ ਛਕਿਆ, ਕੁਝ ਰਾਮਗੜ੍ਹੀਏ ਸਿੱਖਾਂ ਨੇ ਅੰਮ੍ਰਿਤ ਛਕਿਆ। ਇਹ ਤੋਂ ਬਾਅਦ ਵਿੱਚ ਮਹਾਂਪੁਰਖ ਇੱਥੋਂ ਸਿੱਧਾ ਚਲੇ ਗਏ ਨਨਕਾਣਾ ਸਾਹਿਬ। ਅਤੇ ਨਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਕਰਦੇ ਵਾਪਸ ਮੁੜੇ ਤਾਂ ਲਾਹੌਰ ਆ ਗਏ। ਸ਼ਾਮਾਂ ਦਾ ਸਮਾਂ ਸੀ। ਉੱਥੋਂ ਇੱਕ ਹਾਈ ਕੋਰਟ ਦਾ ਵਕੀਲ ਹੈ ਸਰਦਾਰ ਪ੍ਰਤਾਪ ਸਿੰਘ, ਉਹ ਮਹਾਂਪੁਰਖਾਂ ਨੂੰ ਮਿਲਿਆ। ਸੋ ਉਸ ਨੇ ਦੱਸਿਆ ਕਿ ਡਾਕਟਰ ਗੋਪੀਨਾਥ ਦੀ ਕੋਠੀ ਇੱਕ ਯੂਰਪੀ ਮੇਮ ਰਹਿੰਦੀ ਹੈ। ਮਹਾਂਪੁਰਖੋ ਕੱਲ੍ਹ ਨੂੰ ਉਹਨੇ ਅੰਮ੍ਰਿਤ ਛਕਣਾ ਹੈ, ਸਿੱਖ ਧਰਮ ਧਾਰਨ ਕਰਨਾ ਹੈ ਅਤੇ ਆਪ ਜੀ ਵੀ ਸ਼ਾਮਲ ਹੋਇਓ, ਸਗੋਂ ਕੀਰਤਨ ਤੁਸੀਂ ਕਰਿਓ। ਅਤੇ ਅੰਮ੍ਰਿਤ ਛਕਾਉਣ ਵਾਲਾ ਜਥਾ ਜਿਹੜਾ ਉਹ ਸੰਤ ਤੇਜਾ ਸਿੰਘ MA ਦਾ ਆਉਣਾ ਹੈ। ਸੋ ਇੱਦਾਂ ਮਹਾਂਪੁਰਖਾਂ ਨੂੰ ਪਤਾ ਨਹੀਂ ਸੀ ਕੋਠੀ ਦਾ। ਉਹਨੇ ਦੱਸਿਆ, ਇੱਕ ਬੰਦਾ ਭੇਜਿਆ, ਮਹਾਂਪੁਰਖ ਉੱਤੇ ਪਹੁੰਚੇ ਅਤੇ ਉਹ ਮੇਮ ਨੇ ਮਹਾਂਪੁਰਖਾਂ ਨਾਲ ਅੰਗਰੇਜ਼ੀ 'ਚ ਗੱਲ ਕੀਤੀ ਹੈ। ਡਾਕਟਰ ਗੋਪੀਨਾਥ ਨੇ ਉਹਦੀ ਪੰਜਾਬੀ ਕਰਕੇ ਦੱਸੀ ਹੈ ਕਿ ਮੈਂ ਸਿੱਖ ਧਰਮ ਇੱਕ ਮੁਕਤੀ ਵਾਸਤੇ ਧਾਰਨ ਕਰ ਰਹੀ ਹਾਂ। ਅਤੇ ਅਗਲੇ ਦਿਨ ਉਹਨੇ ਅੰਮ੍ਰਿਤ ਛਕਿਆ ਏ। ਰਾਤ ਸੁੱਤੀ ਨਹੀਂ ਹੈ, ਉਹਦੇ ਮਨ ਵਿੱਚ ਇਹੀ ਹੈ ਕਦੋਂ ਦਿਨ ਚੜ੍ਹੇ ਮੈਂ ਅੰਮ੍ਰਿਤ ਛਕਾਂ ਅਤੇ ਗੁਰੂ ਵਾਲੀ ਬਣ ਕੇ ਆਪਣਾ ਜੀਵਨ ਸਫਲ ਕਰਾਂ। ਸੋ ਮਹਾਂਪੁਰਖ ਕਹਿੰਦੇ ਇਹ 3 ਸਰੀਰ ਵੇਖੇ ਮੈਂ ਐਸੇ, ਇੱਕ ਇਹ ਮੇਮ, ਇਹਦਾ ਨਾਂ ਭਗਵਾਨ ਕੋ ਰੱਖਿਆ ਉਹਨਾਂ ਨੇ, ਅਤੇ 2 ਇੱਕ ਰਾਮ ਸਿੰਘ ਜਿਹਦਾ ਨਾਂ ਰੱਖਿਆ ਏ ਰਾਮ ਰਤਨ ਤੋਂ, ਅਤੇ ਨਾਲ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਦੇ ਕੋਲੋਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਨਾ ਸ਼ਿਮਲੇ, ਇਹ ਉਹਨਾਂ ਵਿੱਚੋਂ ਹਨ। ਇੱਕ ਉਹਨਾਂ ਨੂੰ ਬੜਾ ਚਾਅ ਸੀ ਜਿਨ੍ਹਾਂ ਦਾ ਨਾਮ ਰਾਮ ਰਤਨ ਹੈ। ਉਹਨਾਂ ਦੇ ਮਨ ਵਿੱਚ ਬੜਾ ਚਾਅ ਸੀਗਾ। ਜਿਹੜੇ ਰਾਮ ਸਿੰਘ ਬਣੇ ਬਾਅਦ ਵਿੱਚ ਰਾਮ ਰਤਨ ਤੋਂ, ਅਤੇ ਬਾਬਾ ਸੁੰਦਰਦਾਸ ਬੇਦੀ ਜਿਹੜੇ ਬਾਬਾ ਸੁੰਦਰ ਸਿੰਘ ਬਣੇ ਅਨੰਦਪੁਰ ਸਾਹਿਬ ਵਸੇ। ਇਹਨਾਂ ਤਿੰਨਾਂ ਦੇ ਮਨ ਵਿੱਚ ਚਾਅ ਜਿਹੜਾ ਵੇਖਿਆ ਅੰਮ੍ਰਿਤ ਛਕਣ ਦਾ, ਮਹਾਂਪੁਰਖ ਕਹਿੰਦੇ ਇਹਨਾਂ ਹੋਰ ਕਿਸੇ ਨੂੰ ਨਹੀਂ ਵੇਖਿਆ ਅਸੀਂ, ਕਿ ਤਰਲਿਆਂ 'ਤੇ ਸੀਗੇ ਵੀ ਸਾਨੂੰ ਅੰਮ੍ਰਿਤ ਛਕਾ ਦਿਓ
ਤੇ ਇੰਨਾ ਧੰਨਵਾਦ ਕਰ ਰਹੇ ਸੀਗੇ ਵੀ ਤੁਹਾਡਾ ਬਹੁਤ ਧੰਨਵਾਦ ਹੈ ਜਿਨ੍ਹਾਂ ਸਾਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਹੈ। ਸੋ ਇੱਥੇ ਲਾਹੌਰ ਦੇ ਵਿੱਚ ਮਹਾਂਪੁਰਖਾਂ ਨੇ ਉਸ ਦਿਨ ਕੀਰਤਨ ਕੀਤਾ ਜਦੋਂ ਉਸ ਮੇਮ ਨੂੰ ਲੰਡਨ ਦੀ ਨੂੰ ਅੰਮ੍ਰਿਤ ਛਕਾਇਆ ਹੈ, ਤੇ ਫਿਰ ਇੱਥੇ ਹੀ ਰਹੇ, ਲਾਹੌਰ ਦੇ ਵਿੱਚ ਹੀ ਹਨ। ਸੋ ਇੱਥੋਂ ਤੱਕ ਦਾ ਪ੍ਰਸੰਗ ਆਪ ਜੀ ਨੇ ਕੱਲ੍ਹ ਸਰਵਣ ਕੀਤਾ। ਹੁਣ ਅਗਲਾ ਪ੍ਰਸੰਗ ਆਪ ਸੰਗਤਾਂ ਸਰਵਣ ਕਰੋ। ਮਹਾਂਪੁਰਖ ਜਦੋਂ ਲਾਹੌਰ ਆਏ ਸੀ ਨਾ, ਇਹਨਾਂ ਦੇ ਹੱਥ 'ਤੇ ਇੱਕ ਛੋਟੀ ਜਿਹੀ ਫਿੰਸੀ ਹੋਈ ਹੈ। ਉਹ ਪਹਿਲਾਂ ਦੀ ਹੋਈ ਸੀ ਫਿੰਸੀ, ਇਹਨਾਂ ਨੇ ਧਿਆਨ ਨਹੀਂ ਦਿੱਤਾ। ਅੱਜ ਹੋਰ ਭੜਕ ਹੋਰ ਉਹ ਵੱਧ ਹੀ ਗਈ ਹੈ। ਇਹਨਾਂ ਨੇ ਧਿਆਨ ਨਹੀਂ ਦਿੱਤਾ, ਮਹਾਂਪੁਰਖਾਂ ਨੇ ਉਹਦੇ ਵੱਲ ਧਿਆਨ ਨਹੀਂ ਨਾਲ ਦਿੱਤਾ ਵੀ ਸਾਡੇ ਫਿੰਸੀ ਹੋਈ ਹੈ। ਉਹ ਹੱਥੋਂ ਵੱਧਦਾ ਉਹ ਫੋੜਾ ਬਣ ਗਿਆ, ਜ਼ਖਮ ਬਣ ਗਿਆ ਤਗੜਾ। ਸੋ ਹੁਣ ਉਹਦਾ ਅਕੜਾ ਚੜ੍ਹ ਗਿਆ ਸਾਰੀ ਬਾਂਹ ਨੂੰ। ਹੁਣ ਜਦੋਂ ਬਾਂਹ ਨੂੰ ਅਕੜਾ ਚੜ੍ਹ ਗਿਆ, ਉਹ ਬਾਂਹ ਕੰਮ ਨਾ ਕਰੇ, ਬਾਂਹ ਸੁੱਜ ਗਈ ਹੈ, ਲਾਲ ਹੋ ਗਈ ਹੈ, ਇੱਦਾਂ ਉਹ ਬਾਂਹ ਕੰਮ ਨਹੀਂ ਕਰ ਰਹੀ। ਅਤੇ ਲਾਹੌਰ ਦੇ ਵਿੱਚ ਹਨ, ਕੋਈ ਖਾਸ ਧਿਆਨ ਨਾ ਦਿੱਤਾ, ਅਣਗਹਿਲੀ ਕਰ ਛੱਡੀ। ਸੋ ਬਹੁਤ ਜ਼ਿਆਦਾ ਵੱਧ ਗਿਆ, ਜ਼ਹਿਰ ਭਰ ਗਿਆ ਉਹ ਬਾਂਹ ਦੇ ਵਿੱਚ। ਸਾਰਾ ਹੱਥ ਮੋਢੇ ਤੱਕ ਜਿਹੜਾ ਉਹ ਸੋਜ ਨਾਲ ਭਰ ਗਿਆ, ਲਾਲੋ ਲਾਲ ਤੇ ਦਰਦ ਹੋਵੇ। ਸੋ ਸੰਤ ਬਾਬਾ ਗੁਰਬਖਸ਼ ਸਿੰਘ ਜੀ ਉਸ ਵੇਲੇ ਸਰਦਾਰ ਅਮਰ ਸਿੰਘ, ਇਹ ਰਹਿੰਦਾ ਸੀ ਇੰਦਰ ਨਗਰ, ਲਾਹੌਰ ਦੇ ਵਿੱਚ ਇੰਦਰ ਨਗਰ ਹੈ, ਉੱਥੇ ਦਾ ਘਰ ਸੀਗਾ। ਅਤੇ ਇਹਦੇ ਘਰ ਮਹਾਂਪੁਰਖ ਠਹਿਰੇ ਸੀਗੇ। ਇਹ ਆਪਣੇ ਨਾਲ ਮਹਾਂਪੁਰਖਾਂ ਨੂੰ ਲੈ ਗਿਆ ਸੀ ਘਰ। ਮਹਾਂਪੁਰਖ ਇਹਦੇ ਘਰ ਰਹਿ ਰਹੇ ਸੀ ਉਦੋਂ। ਸੋ ਉਸ ਨੇ ਇਹ ਸੰਤਾਂ ਦੇ ਫੋੜੇ ਨੂੰ ਜਦੋਂ ਵੇਖਿਆ ਵੀ ਬਹੁਤ ਜ਼ਿਆਦਾ ਤਗੜਾ ਫੋੜਾ ਬਣਿਆ ਹੈ, ਅਤੇ ਇਹਨਾਂ ਮਹਾਂਪੁਰਖਾਂ ਨੇ ਧਿਆਨ ਨਹੀਂ ਦਿੱਤਾ ਫੋੜੇ ਵੱਲ। ਅਤੇ ਉਹਨਾਂ ਨੇ ਵੇਖਿਆ ਵੀ ਤਕਲੀਫ ਬੜੀ ਹੈ ਬਾਂਹ ਨੂੰ ਹੁੰਦੀ, ਅਤੇ ਲਾਲ ਬਾਂਹ ਹੋਈ, ਸੁੱਜੀ ਪਈ ਹੈ। ਉਹ ਇੱਕ ਡਾਕਟਰ ਮੋਹਨ ਸਿੰਘ ਸੀ, ਸਿਵਲ ਸਰਜਨ ਲਾਹੌਰ ਦੇ, ਉਹਨਾਂ ਦੇ ਕੋਲ ਲੈ ਕੇ ਗਿਆ। ਪਹਿਲਾਂ ਮੋਹਨ ਸਿੰਘ ਦੇ ਕੋਲ ਲੈ ਕੇ ਗਿਆ। ਉਹ ਮੋਹਨ ਸਿੰਘ ਵੀ ਡਾਕਟਰ ਹੈ। ਅਤੇ ਮੋਹਨ ਸਿੰਘ ਨੂੰ ਜਦੋਂ ਵਿਖਾਇਆ, ਪਹਿਲਾਂ ਮੋਹਨ ਸਿੰਘ ਨੇ ਬਾਂਹ ਵੇਖੀ ਹੈ, ਅਤੇ ਮੋਹਨ ਸਿੰਘ ਕਹਿੰਦਾ ਸਿਵਲ ਸਰਜਨ ਨੂੰ ਵਿਖਾ ਲਈਏ ਗਾੜੀ। ਅਤੇ ਸਿਵਲ ਸਰਜਨ ਜਿਹੜਾ ਉਸ ਵੇਲੇ ਦਾ ਉਹ ਹੈ ਨਜ਼ਰ ਮੁਹੰਮਦ, ਕਿਉਂ ਉਦੋਂ ਇਹ ਪਾਕਿਸਤਾਨ ਹੀ ਸੀ ਨਾ ਬਣਿਆ, ਮੁਸਲਮਾਨ ਸਾਰੇ ਇਕੱਠੇ ਰਹਿੰਦੇ ਸੀ, ਮੁਸਲਮਾਨ ਸਿਵਲ ਸਰਜਨ ਸੀ ਉਸ ਵੇਲੇ। ਸੋ ਵੱਡਾ ਡਾਕਟਰ ਸੀ ਨਜ਼ਰ ਮੁਹੰਮਦ। ਫਿਰ ਉਹਨੂੰ ਵੀ ਵਿਖਾਇਆ। ਪਹਿਲਾਂ ਮੋਹਨ ਸਿੰਘ ਨੇ ਵੇਖਿਆ, ਉਹਨੇ ਕਿਹਾ ਵੀ ਬਾਂਹ 'ਚ ਜ਼ਹਿਰ ਭਰੀ ਹੈ, ਬਾਂਹ 'ਤੇ ਸਾਰੀ ਭਰੀ ਪਈ ਜ਼ਹਿਰ ਦੇ ਨਾਲ, ਸੁੱਜੀ ਪਈ, ਲਾਲ ਹੋਈ ਹੈ, ਇਹ ਤਾਂ ਬਹੁਤ ਦੁੱਖ ਵਧਾਇਆ ਹੋਇਆ ਇਹਨਾਂ ਨੇ। ਉਹਨੇ ਕਿਹਾ ਤਾਂ ਸਿਵਲ ਸਰਜਨ ਦੀ ਰਾਏ ਲੈ ਲਓ। ਫਿਰ ਸਿਵਲ ਸਰਜਨ ਕੋਲ ਚਲੇ ਗਏ। ਫਿਰ ਦੋਹਾਂ ਨੇ ਬਾਂਹ ਵੇਖ ਕੇ ਅਤੇ ਦੋਹਾਂ ਨੇ ਰਾਏ ਦਿੱਤੀ। ਕਹਿਣ ਲੱਗੇ ਜੀ ਇਹ ਬਾਂਹ ਦੇ ਵਿੱਚ ਜ਼ਹਿਰ ਭਰ ਚੁੱਕਾ ਹੈ, ਅਤੇ ਇਹ ਜਿਹੜੀ ਜ਼ਹਿਰ ਇੰਨੀ ਭਰ ਗਈ ਗਾਂ ਸਰੀਰ ਵਿੱਚ ਵੀ ਫੈਲ ਸਕਦੀ ਹੈ। ਅਤੇ ਉਹ ਜਿਹੜਾ ਨਾਲ ਸੀ ਅਮਰ ਸਿੰਘ ਮਹਾਂਪੁਰਖਾਂ ਦੇ ਗਿਆ। ਫਿਰ ਉਹਨਾਂ ਪੁੱਛਿਆ ਵੀ ਹੁਣ ਕੀ ਹੋਣਾ ਚਾਹੀਦਾ। ਕਹਿੰਦੇ ਜੀ ਮੋਢੇ ਤੋਂ ਲੈ ਕੇ ਇਹਨਾਂ ਦੀ ਬਾਂਹ ਕੱਟਣੀ ਪੈਣੀ ਹੈ, ਮੋਢੇ ਤੋਂ ਲੈ ਕੇ ਇਹਨਾਂ ਦੀ ਬਾਂਹ ਜਿਹੜੀ ਉਹ ਕੱਟਣੀ ਪੈਣੀ ਹੈ, ਅਤੇ ਫਿਰ ਇਹਨਾਂ ਦਾ ਬਚਾਅ ਹੋ ਸਕਦਾ ਹੈ। ਨਹੀਂ ਤਾਂ ਗਾੜੀ ਸਰੀਰ ਵਿੱਚ ਵੀ ਜਿਹੜਾ ਜ਼ਹਿਰ ਹੈ ਨਾ ਉਹ ਫੈਲ ਜਾਵੇਗਾ, ਅਤੇ ਇਹਨਾਂ ਦੀ ਮੌਤ ਵੀ ਹੋ ਸਕਦੀ ਹੈ ਜ਼ਹਿਰ ਫੈਲਣ ਦੇ ਨਾਲ। ਜੇ ਇਹਨਾਂ ਨੂੰ ਬਚਾਉਣਾ ਹੈ ਤਾਂ ਫਿਰ ਇਹਨਾਂ ਦੀ ਬਾਂਹ ਕੱਟਣੀ ਪੈਣੀ ਹੈ। ਜਦੋਂ ਮਹਾਂਪੁਰਖਾਂ ਨੇ ਇਹ ਗੱਲ ਸੁਣੀ, ਸੋ ਮਹਾਂਪੁਰਖ ਕਹਿਣ ਲੱਗੇ, ਆਖਣ ਲੱਗੇ ਦੋਵੇਂ ਜਾਣੇ ਸੁਣੋ। ਇਹ ਕਹਿੰਦੇ ਜੀ ਬਹੁਤਾ ਚਿਰ ਨਹੀਂ, ਇਹ ਹੁਣੇ ਕੱਟਣੀ ਪੈਣੀ ਹੈ, ਬਹੁਤਾ ਚਿਰ ਨਹੀਂ ਲਾਉਣਾ ਵੀ ਅੱਜ ਟਾਈਮ ਦੇ ਦਈਏ, ਕੱਲ੍ਹ ਪਰਸੋਂ ਦਾ ਟਾਈਮ ਨਹੀਂ ਹੈਗਾ, ਇਹਨੂੰ ਤੁਰੰਤ ਹੀ ਕੱਟਣਾ ਪੈਣਾ ਹੈ, ਕਿਉਂਕਿ ਜ਼ਹਿਰ ਬਹੁਤਾ ਫੈਲ ਗਿਆ ਹੈ। ਸੋ ਬਲਕਿ ਬਹੁਤਾ ਚਿਰ ਨਹੀਂ ਇੰਤਜ਼ਾਰ ਕਰਨਾ, ਖਤਰਨਾਕ ਹੈ ਕੰਮ, ਇੰਤਜ਼ਾਰ ਕਰਨਾ ਖਤਰਨਾਕ ਹੈ, ਇਹਨੂੰ ਤੁਰੰਤ ਹੀ ਹੁਣ ਕੱਟਣਾ ਪੈਣਾ ਹੈ। ਇਹਨਾਂ ਨੂੰ ਹੁਣੇ ਦਾਖਲ ਕਰਕੇ ਅਤੇ ਇਹਨਾਂ ਦੀ ਬਾਂਹ ਹੁਣੇ ਕੱਟੀਏ, ਫਿਰ ਬਚਾਅ ਹੋ ਸਕਦਾ, ਕੰਮ ਪਹਿਲਾਂ ਬਹੁਤ ਵੱਧ ਚੁੱਕਾ ਹੈ। ਅਤੇ ਦੋਵੇਂ ਹੀ ਤਿਆਰ ਹੋ ਗਏ ਬਾਂਹ ਕੱਟਣ ਨੂੰ। ਦੋਹਾਂ ਨੇ ਆਪਣੇ ਉਹ ਛੰਦ ਸ਼ਾਸਤਰ ਸਿੱਧੇ ਕਰ ਲਏ। ਉਸੇ ਵੇਲੇ ਪਾਣੀ ਪੂਣੀ ਗਰਮ ਕਰਨ ਲੱਗ ਪਏ, ਰੂੰ ਗਰਮ ਕਰਨ ਲੱਗ ਪਏ,
ਉਸੇ ਵੇਲੇ ਤਿਆਰੀ ਕਰਨ ਲੱਗ ਪਏ। ਜਦੋਂ ਤਿਆਰੀਆਂ ਕਰਦਿਆਂ ਨੂੰ ਵੇਖਿਆ ਤੇ ਮਹਾਂਪੁਰਖ ਕਹਿਣ ਲੱਗੇ, ਮਹਾਂਪੁਰਖ ਕਹਿੰਦੇ ਚਾਹੇ ਕੁਝ ਵੀ ਹੋ ਜੇ ਅਸੀਂ ਨਹੀਂ ਬਾਂਹ ਕਟਾਉਣੀ ਆਪਣੀ ਅਜੇ। ਕਹਿੰਦੇ ਕਿਉਂ? ਮਹਾਂਪੁਰਖ ਕਹਿੰਦੇ ਕੱਲ੍ਹ 10 ਵਜੇ ਤੱਕ ਦਾ ਜਿਹੜਾ ਸਮਾਂ ਦਿਓ। ਉਹ ਆਂਦੇ ਜੀ ਨਹੀਂ, ਇਹ ਰੋਗ ਵੱਧਦਾ ਹੀ ਜਾਣਾ। ਇਹ ਵੇਖਿਓ ਹੁਣ ਤੇ ਪਹਿਲਾਂ ਤਾਂ ਹੌਲੀ ਹੌਲੀ ਸੀ ਨਾ, ਹੁਣ ਤੇ ਇਹ ਮਿੰਟਾਂ ਸਕਿੰਟਾਂ ਨਾਲ ਵਧਣ ਡਿਆ ਏ ਤੇ ਇੰਨਾ ਟਾਈਮ ਨਹੀਂ ਹੈਗਾ, ਛੇਤੀ ਇਲਾਜ ਕਰਾ ਲਓ ਆਪਣਾ। ਮਹਾਂਪੁਰਖ ਕਹਿੰਦੇ ਕੱਲ੍ਹ 10 ਵਜੇ ਤੱਕ ਦਾ ਸਾਨੂੰ ਟਾਈਮ ਦਿਓ। ਜੇ ਕੱਲ੍ਹ 10 ਵਜੇ ਆ ਕੇ ਤੇ ਬਾਂਹ ਕੱਟ ਦਿਓ ਫਿਰ ਨਹੀਂ ਤੁਹਾਨੂੰ ਡੱਕਦੇ, ਪਰ ਕੱਲ੍ਹ 10 ਵਜੇ ਤੱਕ ਦਾ ਟਾਈਮ ਮੈਨੂੰ ਦੇ ਦਿਓ। ਕੱਲ੍ਹ 10 ਵਜੇ ਤੱਕ ਅਸੀਂ ਬਾਂਹ ਨਹੀਂ ਵਢਾਉਣੀ। ਜਦੋਂ ਮਹਾਂਪੁਰਖਾਂ ਨੇ ਜਵਾਬ ਦੇ ਦਿੱਤਾ ਵੀ ਨਹੀਂ ਵਢਾਉਣੀ, ਸੋ ਫਿਰ ਇਹ ਉੱਥੋਂ ਆਪਣੇ ਘਰ ਨੂੰ ਚਲੇ ਗਏ। ਮਹਾਂਪੁਰਖ ਕਹਿੰਦੇ ਕੱਲ੍ਹ ਵੇਖਾਂਗੇ, ਜੋ ਕਰਤਾਰ ਨੂੰ ਭਾਏਗਾ ਉਹ ਕਰਾ ਲਵਾਂਗੇ, ਅੱਜ ਨਹੀਂ। ਸੋ ਇੱਦਾਂ ਕਰਕੇ ਇਹ ਡਾਕਟਰ ਜਿਹੜੇ ਉੱਥੋਂ ਉੱਠ ਕੇ ਆਪਣੇ ਦੁਕਾਨ ਤੋਂ, ਆਪਣੇ ਹਸਪਤਾਲ ਤੋਂ ਆਪਣੇ ਘਰ ਨੂੰ ਤੁਰ ਪਏ। ਅਤੇ ਮਹਾਂਪੁਰਖ ਜਿੱਥੇ ਰਹਿੰਦੇ ਸੀ ਸਰਦਾਰ ਅਮਰ ਸਿੰਘ ਦੇ ਘਰ ਮਹਾਂਪੁਰਖ ਉਹਨੂੰ ਚਲੇ ਗਏ ਉਹਦੇ ਨਾਲ। ਪਰ ਜਦੋਂ ਰਾਤ ਪਈ ਤੇ ਦਰਦ ਜਿਹੜੀ ਨਾ ਉਹ ਬੜੀ ਹੋਵੇ ਬਾਂਹ ਨੂੰ, ਸੰਤਾਂ ਨੂੰ ਉਹ ਦਰਦ ਨਾਲ ਨੀਂਦ ਨਾ ਆਈ। ਰਾਤ ਜਾਗਦੇ ਰਹੇ, ਪੀੜ ਬੜੀ ਹੋਵੇ ਤੇ 2 ਵੱਜ ਗਏ ਰਾਤ ਦੇ। ਅਤੇ ਮਹਾਂਪੁਰਖ 1 ਵਜੇ ਉੱਠ ਪੈਂਦੇ ਸੀ ਪਹਿਲਾਂ ਹੀ। ਹੁਣ 1 ਵਜੇ ਉੱਠਦੇ ਸੀ, 1 ਤੇ 2 ਵਜੇ ਦੇ ਵਿਚਕਾਰ ਜੇ ਮਹਾਂਪੁਰਖਾਂ ਨੇ ਕੀ ਕੀਤਾ, ਉੱਠ ਕੇ ਤੇ ਇਸ਼ਨਾਨ ਕਰਨ ਵਾਸਤੇ, ਜਿੱਦਾਂ ਰੋਜ਼ਾਨਾ ਇਸ਼ਨਾਨ ਕਰਦੇ ਸੀ ਨਾ, ਇਸ਼ਨਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਸ਼ਨਾਨ ਕਰੀਏ, ਪਰ ਇਸ਼ਨਾਨ ਹੋਇਆ ਨਾ। ਕਿਉਂ? ਸਰੀਰ ਨੂੰ ਇੰਨੀ ਪੀੜ, ਬਾਂਹ ਬੜੀ ਸੁੱਜੀ ਸੀ। ਅਤੇ ਮਹਾਂਪੁਰਖਾਂ ਨੇ ਗਿੱਲਾ ਕਰਕੇ ਨਾ, ਪਰਨਾ ਗਿੱਲਾ ਕਰਕੇ ਉਹ ਲੈ ਕੇ ਸਰੀਰ ਉੱਤੇ ਫੇਰਿਆ। ਜੇ ਉੱਤੇ ਜਲ ਨਹੀਂ ਪਾਇਆ ਜਾਂਦਾ ਤਾਂ ਪਰਨਾ ਹੀ ਗਿੱਲਾ ਕਰਕੇ ਫੇਰ ਲਈਏ, ਕੱਪੜਾ ਗਿੱਲਾ ਕਰਕੇ। ਸੋ ਕੱਪੜਾ ਗਿੱਲਾ ਕਰਕੇ ਉਸ ਦਿਨ ਆਪਣੇ ਸਰੀਰ ਨੂੰ ਫੇਰ ਕੇ ਸਵੱਛ ਕੀਤਾ, ਔਖੇ ਸੌਖੇ ਹੋ ਕੇ। ਅਤੇ ਫਿਰ ਇੱਕੇ ਹੱਥ ਨਾਲ ਹੀ, ਦੂਜਾ ਹੱਥ 'ਤੇ ਕੰਮ ਨਹੀਂ ਸੀ ਕਰਦਾ। ਅਤੇ ਮਹਾਂਪੁਰਖਾਂ ਨੇ ਨਿਤਨੇਮ ਦਾ ਜਾਪ ਕੀਤਾ। ਉਹ ਮਹਾਂਪੁਰਖਾਂ ਨੂੰ ਕੰਠ ਸੀਗਾ। ਮਹਾਂਪੁਰਖਾਂ ਨੇ ਇਸ਼ਨਾਨ ਤੇ ਕੀਤਾ ਨਹੀਂ, ਪਰਨਾ ਹੀ ਆਪਣੇ ਸਰੀਰ 'ਤੇ ਉਦੋਂ ਫੇਰਿਆ ਗਿੱਲਾ ਕਰਕੇ ਇੱਕ ਹੱਥ ਨਾਲ। ਉਦੋਂ ਬਾਅਦ ਵਿੱਚ ਨਿਤਨੇਮ ਦਾ ਪਾਠ ਕੀਤਾ ਹੈ। ਜਦੋਂ ਨਿਤਨੇਮ ਦਾ ਪਾਠ ਕੀਤਾ ਨਾ, ਹੁਣ ਕੀਰਤਨ ਦਾ ਸਮਾਂ ਹੋ ਗਿਆ। ਆਪ ਦਾ ਇਹ ਵੀ ਨਿਤਨੇਮ ਹੀ ਸੀਗਾ ਵੀ ਰੋਜ਼ਾਨਾ ਅੰਮ੍ਰਿਤ ਵੇਲੇ ਜਿੱਥੇ ਨਿਤਨੇਮ ਕਰਦੇ ਤੇ ਉੱਥੇ ਸ਼ਬਦ ਵੀ ਪੜ੍ਹਦੇ ਸੀਗੇ, ਭਾਵੇਂ ਕਿਤੇ ਵੀ ਹੋਣ, ਭਾਵੇਂ ਗੁਰਦੁਆਰਾ ਸਾਹਿਬ ਹੋਣ, ਭਾਵੇਂ ਕਿਸੇ ਦੇ ਘਰ ਹੋਣ। ਸਵੇਰੇ ਉੱਠ ਕੇ ਨਿਤਨੇਮ ਵੀ ਕਰਨਾ ਅਤੇ ਨਾਲ ਸ਼ਬਦ ਵੀ ਪੜ੍ਹਨੇ ਆ। ਆਸਾ ਦੀ ਵਾਰ ਜਿਹੜੀ ਹੈ ਉਹ ਮਹਾਂਪੁਰਖ ਪੜ੍ਹਦੇ ਸੀਗੇ। ਸੋ ਹੁਣ ਜਦੋਂ ਨਿਤਨੇਮ ਹੋ ਗਿਆ, ਕੀਰਤਨ ਦਾ ਸਮਾਂ ਆ ਗਿਆ। ਪਰ ਜਦੋਂ ਨਿਤਨੇਮ ਤੋਂ ਬਾਅਦ ਵਿੱਚ ਕੀਰਤਨ ਦਾ ਸਮਾਂ ਹੋਇਆ ਅਤੇ ਸੋਚਿਆ ਵੀ ਵਾਜਾ ਜਿਹੜਾ ਹੈ ਉਹ 2 ਹੱਥਾਂ ਨਾਲ ਵੱਜਦਾ ਹੈ, ਇੱਕ ਨਾਲ ਤਾਂ ਵੱਜਣਾ ਨਹੀਂ ਹੈ। ਮਨ ਵਿੱਚ ਵਿਚਾਰ ਆਈ ਹੈ ਵੀ ਵਾਜਾ ਵਜਾਉਣਾ ਬੜਾ ਮੁਸ਼ਕਿਲ ਹੈ। ਸੋ ਇਹਦੇ ਵਿਚਾਰ ਕਰਦਿਆਂ ਨਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਧਿਆਨ ਧਰ ਲਿਆ। ਮਨ ਵਿੱਚ ਸੋਚਿਆ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕਰੀਏ। ਹਾਂ, ਮਹਾਂਪੁਰਖਾਂ ਨੇ ਮਨ ਵਿੱਚ ਵਿਚਾਰ ਕਰ ਲਈ। ਵਿਚਾਰ ਤੇ ਆਉਂਦੀ ਵੀ ਵਾਜਾ ਦੇ 2 ਹੱਥਾਂ ਨਾਲ ਵੱਜਣਾ, ਇੱਕ ਬਾਂਹ ਕੰਮ ਨਹੀਂ ਕਰਦੀ ਅਤੇ ਦੂਜੀ ਨਾਲ ਵਾਜਾ ਵੱਜਣਾ ਨਹੀਂ। ਇੱਕ ਨਾਲ ਪੱਖਾ ਚਲਾਉਣਾ ਪੈਂਦਾ, ਇੱਕ ਨਾਲ ਸੁੱਚ ਦੱਬਣੇ ਪੈਂਦੇ ਆ। ਅਤੇ ਫਿਰ ਅਰਦਾਸ ਕਰਨ ਵਾਸਤੇ ਮਹਾਂਪੁਰਖ ਗੁਰਦੁਆਰਾ ਸਾਹਿਬ ਗਏ ਅਤੇ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ, ਸਾਨੂੰ ਕੀਰਤਨ ਕਰਨਾ ਅਤੇ ਵਾਜਾ ਵਜਾਉਣਾ ਤਾਂ ਆਉਂਦਾ ਨਹੀਂ ਆ। ਨਾ ਸਾਨੂੰ ਕੀਰਤਨ ਕਰਨਾ ਆਉਂਦਾ, ਨਾ ਸਾਨੂੰ ਵਾਜਾ ਹੀ ਵਜਾਉਣਾ ਆਉਂਦਾ ਏ ਜੋ ਆਪ ਜੀ ਨੂੰ ਭਾ ਸਕੇ, ਕਿਉਂਕਿ ਸਾਨੂੰ ਆਉਂਦਾ ਨਹੀਂ ਹੈ। ਜੇ ਆਉਂਦਾ ਹੋਵੇ ਤਾਂ ਆਪ ਜੀ ਨੂੰ ਭਾ ਸਕੇ, ਪਰ ਸਾਨੂੰ ਆਉਂਦਾ ਹੀ ਨਹੀਂ ਹੈ। ਪਰ ਜੇਕਰ ਆਪ ਜੀ ਨੂੰ ਸਾਡਾ ਇਸੇ ਤਰ੍ਹਾਂ ਦਾ ਵਾਜਾ ਵਜਾਉਣਾ ਜਿੱਦਾਂ ਦਾ ਸਾਨੂੰ ਆਉਂਦਾ ਨਾ, ਜੇ ਆਪ ਜੀ ਨੂੰ ਇਹੋ ਜਿਹਾ ਸਾਡਾ ਵਾਜਾ ਵਜਾਉਣਾ
ਤੇ ਜਿਵੇਂ ਦਾ ਸਾਨੂੰ ਕੀਰਤਨ ਆਉਂਦਾ ਏ, ਜੇ ਆਪ ਜੀ ਨੂੰ ਉਹੋ ਜਿਹਾ ਪਸੰਦ ਹੈ ਤੇ ਕਿਰਪਾ ਕਰੋ ਮੇਰੀ ਬਾਂਹ ਨੂੰ ਠੀਕ ਕਰ ਦਿਓ, ਇਹਨੂੰ ਅਰੋਗਤਾ ਬਖਸ਼ੋ। ਨਹੀਂ ਤੇ ਕੱਲ੍ਹ 10 ਵਜੇ ਡਾਕਟਰਾਂ ਨੇ ਆ ਕੇ ਤੇ ਬਾਂਹ ਨੂੰ ਕੱਟ ਦੇਣਾ ਏ, ਤੇ ਇੱਕ ਹੱਥ ਨਾਲ ਫਿਰ ਅਸੀਂ ਕੀਰਤਨ ਜਿਹੜਾ ਉਹ ਕਿਵੇਂ ਕਰਾਂਗੇ? ਇੱਕ ਹੱਥ ਨਾਲ ਅਸੀਂ ਵਾਜਾ ਨਹੀਂ ਵਜਾ ਸਕਦੇ। ਸੱਚੇ ਪਾਤਸ਼ਾਹ ਉੱਦਾਂ ਤੇ ਸਾਨੂੰ ਕੀਰਤਨ ਕਰਨਾ, ਵਾਜਾ ਵਜਾਉਣਾ ਨਹੀਂ ਆਉਂਦਾ ਜਿਹੜਾ ਤੈਨੂੰ ਭਾ ਸਕੇ, ਪਰ ਜੇ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਜਿੱਦਾਂ ਦਾ ਸਾਨੂੰ ਵਾਜਾ ਵਜਾਉਣਾ, ਜਿੱਦਾਂ ਦਾ ਕੀਰਤਨ ਆਉਂਦਾ ਏ, ਜੇ ਆਪ ਜੀ ਨੂੰ ਇਹੋ ਜਿਹਾ ਪਸੰਦ ਹੈ ਤੇ ਫਿਰ ਕਿਰਪਾ ਕਰ ਦਿਓ ਮੇਰੀ ਬਾਂਹ ਨੂੰ ਠੀਕ ਕਰ ਦਿਓ। ਨਹੀਂ ਤੇ 10 ਵਜੇ ਤੱਕ ਜੇ ਠੀਕ ਨਾ ਹੋਈ ਤੇ ਡਾਕਟਰਾਂ ਨੇ ਬਾਂਹ ਵੱਢ ਦੇਣੀ ਜੀ, ਤੇ ਫਿਰ ਅੱਜ ਤੋਂ ਬਾਅਦ ਵਿੱਚ ਵਾਜਾ ਨਹੀਂ ਵੱਜਣਾ ਇੱਕ ਬਾਂਹ ਦੇ ਨਾਲ। ਸੱਚੇ ਪਾਤਸ਼ਾਹ ਇਹ ਬੇਨਤੀ ਕੀਤੀ ਹੈ ਸੰਤ ਜੀ ਨੇ। ਸੋ ਜਦੋਂ ਅਰਦਾਸ ਬੇਨਤੀ ਕੀਤੀ ਤੇ ਨਾਲ ਹੀ ਮਨ ਵਿੱਚ ਇੱਕ ਫੁਰਨਾ ਆ ਗਿਆ, ਤੇ ਨੇੜੇ ਤੋਂ ਇੱਕ ਨਿੰਮ ਸੀ, ਨਿੰਮ ਦਿਸ ਪਈ। ਮਨ ਵਿੱਚ ਫੁਰਨਾ ਆ ਗਿਆ, ਨਿੰਮ ਦਿਸ ਪਈ ਹੈ, ਨਿੰਮਾਂ ਵਾਧੂ ਸੀ ਉਦੋਂ। ਤੇ ਕਹਿਣ ਲੱਗੇ ਮਹਾਂਪੁਰਖ ਪ੍ਰੇਮੀਆਂ ਨੂੰ ਜਿਹੜੇ ਲਾਗੇ ਸੀ ਵੀ ਉਹ ਨਿੰਮ ਤੋੜ ਕੇ ਲਿਆਓ। ਸਮਾਂ ਜੇ ਅੰਮ੍ਰਿਤ ਵੇਲੇ ਦਾ ਹੀ ਹੈ, 2 ਵਜੇ ਤੇ ਇਸ਼ਨਾਨ ਕਰਕੇ ਨਿਤਨੇਮ ਕਰਨਾ ਸ਼ੁਰੂ ਕੀਤਾ ਹੈ, ਤੇ 3 ਵੱਜ ਗਏ ਅਰਦਾਸ ਕੀਤੀ ਹੈ। ਉਹ ਨਿੰਮ ਦੇ ਵੀ ਨਿੰਮ ਤੋੜ ਕੇ ਲਿਆਏ। ਉਸੇ ਵੇਲੇ ਪ੍ਰੇਮੀ ਨਿੰਮ ਲਾਏ ਤੇ ਉਹਨੂੰ ਉਬਾਲਣਾ ਸ਼ੁਰੂ ਕਰ ਦਿੱਤਾ ਹੈ। 4 ਵਜੇ ਦੀ ਗੱਲ ਹੈ, ਅੰਮ੍ਰਿਤ ਵੇਲਾ ਹੈ, 4 ਵਜੇ ਨੇ ਉਹ ਨਿੰਮ ਨੂੰ ਉਬਾਲਣਾ ਸ਼ੁਰੂ ਕਰਤਾ। ਗਰਮ ਪੱਤਿਆਂ ਦੇ ਨਾਲ, ਉਬਲੇ ਹੋਏ ਗਰਮ ਪੱਤਿਆਂ ਦੇ ਨਾਲ ਢੱਕ ਕੇ ਬੰਨ੍ਹ ਦਿੱਤਾ ਹੈ ਬਾਂਹ ਨੂੰ। ਉੱਤੇ ਬੰਨ੍ਹ ਕੇ ਨਾ ਗਰਮ ਹੋਏ ਪੱਤੇ ਉਬਲੇ ਆ, ਉਹ ਬਾਂਹ ਦੇ ਉੱਤੇ ਰੱਖ ਕੇ ਤੇ ਉਹ ਬਾਂਹ ਨੂੰ ਕੱਪੜੇ ਨਾਲ ਵਲੇੜ ਦਿੱਤਾ। ਉੱਤੇ ਵਿੱਚ ਨਿੰਮ ਬੰਨ੍ਹ ਕੇ ਉਬਲੇ ਪੱਤਿਆਂ ਨੂੰ ਉੱਤੋਂ ਦੀ ਕੱਪੜਾ ਵਲੇੜ ਦਿੱਤਾ ਹੈ। ਹੁਣ ਥੋੜ੍ਹੀ ਦੇਰ ਪਿੱਛੋਂ ਸੰਤ ਜੀ ਜਿਹੜੇ ਸੀ ਨਾ ਉਹ ਉੱਥੇ ਆਰਾਮ ਕਰਨ ਲੱਗ ਪਏ। ਥੋੜ੍ਹੀ ਦੇਰ ਬਾਅਦ ਇੰਝ ਲੱਗਾ ਜਿਵੇਂ ਬਾਂਹ ਨੂੰ ਕੁਝ ਆਰਾਮ ਹੈ, ਦਰਦ ਵੀ ਉਹ ਗਾਇਬ ਹੋ ਗਈ ਹੈ, ਦਰਦ ਵੀ ਘਟਦੀ ਜਾਂਦੀ ਹੈ, ਸੋਜ ਵੀ ਜਿਹੜੀ ਉਹ ਖਿਸਕਦੀ ਜਾਂਦੀ ਹੈ, ਬਾਂਹ ਨੂੰ ਆਰਾਮ ਹੋਣਾ ਸ਼ੁਰੂ ਹੋ ਗਿਆ ਹੈ। ਸੋ ਸੰਤ ਜੀ ਨੂੰ ਸਵੇਰੇ 10 ਵਜੇ ਤੀਕ ਕਾਫੀ ਆਰਾਮ ਆ ਚੁੱਕਾ ਸੀਗਾ, ਕਿਉਂਕਿ ਐਸਾ ਸਮਾਂ ਹੋਏ ਨੂੰ 6 ਘੰਟੇ ਹੋ ਗਏ। 4 ਵਜੇ ਦਾ ਬੰਨਿਆ, 10 ਵੱਜ ਗਏ, 6 ਘੰਟੇ ਹੋ ਗਏ। 2 ਪਹਿਰ ਬੀਤ ਚੁੱਕੇ ਸੀਗੇ, 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਨਾ, ਹੁਣ 6 ਘੰਟੇ 2 ਪਹਿਰ ਬੀਤ ਚੁੱਕੇ ਸੀਗੇ। ਉਧਰੋਂ ਠੀਕ 10 ਵਜੇ ਉਹ ਦੋਵੇਂ ਡਾਕਟਰ ਆਏ। ਦੋਵੇਂ ਜਾਣੇ ਜਿਹੜੇ ਡਾਕਟਰ ਸੀ ਨਾ ਉਹ ਸਿਵਲ ਸਰਜਨ ਵੀ, ਮੁਸਲਮਾਨ ਵੀ, ਤੇ ਉਹ ਸਿੱਖ ਸਰਦਾਰ ਵੀ, ਮੋਹਨ ਸਿੰਘ ਵੀ ਤੇ ਉਹ ਨਜ਼ਰ ਮੁਹੰਮਦ, ਉਹ ਦੋਵੇਂ ਜਾਣੇ ਆ ਗਏ। ਉਹਨਾਂ ਨੇ ਆ ਕੇ ਨਾ ਆਉਂਦਿਆਂ ਹੀ ਪਹਿਲਾਂ ਬਾਂਹ ਖੋਲ੍ਹੀ, ਕਹਿੰਦੇ ਵੀ ਬਾਂਹ ਕੱਟਣੀ ਹੈ, ਲਿਆਓ ਬਾਂਹ ਟੈਸਟ ਕਰੀਏ। ਉਹ ਸਿਵਲ ਸਰਜਨ ਨਜ਼ਰ ਮੁਹੰਮਦ ਤੇ ਡਾਕਟਰ ਮੋਹਨ ਸਿੰਘ, ਇਹਨਾਂ ਦੋਵਾਂ ਨੇ ਆ ਕੇ ਤੇ ਮਹਾਂਪੁਰਖਾਂ ਦੀ ਬਾਂਹ ਜਿਹੜੀ ਉਹ ਪਹਿਲਾਂ ਫੜ ਕੇ ਤੇ ਉਹਨੂੰ ਖੋਲ੍ਹਣਾ ਸ਼ੁਰੂ ਕੀਤਾ ਹੈ। ਜਦੋਂ ਬਾਂਹ ਨੂੰ ਖੋਲ੍ਹਣਾ ਸ਼ੁਰੂ ਕੀਤਾ ਤੇ ਬਾਂਹ ਨੂੰ ਖੋਲ੍ਹ ਕੇ ਵੇਖਿਆ ਤੇ ਨਾ ਤੇ ਉੱਤੇ ਬਾਂਹ 'ਤੇ ਲਾਲੀ ਹੈ ਤੇ ਨਾ ਹੀ ਬਾਂਹ 'ਤੇ ਸੋਜ ਹੈ। ਜਦੋਂ ਵੇਖਿਆ ਵੀ ਬਾਂਹ 'ਤੇ ਉਹ ਰਾਤ ਵਾਲੀ ਹੈ ਹੀ ਨਹੀਂ, ਕੱਲ੍ਹ ਵਾਲੀ, ਨਾ ਇਹ 'ਤੇ ਕੋਈ ਸੋਜ ਹੈ ਨਾ ਇਹ 'ਤੇ ਕੋਈ ਲਾਲੀ, ਸਭ ਕੁਝ ਹਟ ਚੁੱਕਾ ਏ। ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਹੁਣ ਉਹਨਾਂ ਨੂੰ ਖੁਸ਼ੀ ਹੋਈ ਤੇ ਬਾਂਹ ਦੇ ਕੱਟਣ ਦੇਣ ਦਾ ਖਿਆਲ ਛੱਡ ਕੇ ਤੇ ਫਿਰ ਵਾਪਸ ਚਲੇ ਗਏ। ਮਹਾਂਪੁਰਖਾਂ ਨੂੰ ਧੰਨ ਧੰਨ ਕਹਿੰਦੇ, ਜਿਹੜੇ ਕਹਿੰਦੇ ਸੀ ਪਹਿਲਾਂ ਇਹ ਬਹੁਤਾ ਸਮਾਂ ਨਹੀਂ ਹੈ, ਛੇਤੀ ਤੋਂ ਛੇਤੀ ਕੱਟਣੀ ਚਾਹੀਦੀ ਹੈ। ਹੁਣ ਜਦੋਂ 10 ਵਜੇ ਆਏ ਆ ਨਾ ਦਿੱਤੇ ਸਮੇਂ ਦੇ ਨਾਲ, ਬਾਂਹ ਖੋਲ੍ਹ ਕੇ ਵੇਖੀ, ਨਾ ਕੋਈ ਸੋਜ ਹੈ ਨਾ ਕੋਈ ਲਾਲੀ ਹੈ। 10 ਵਜੇ ਨੂੰ ਸਾਰੀ ਹਟ ਗਈ, ਉਹ ਇਕੱਲਾ ਫਿਰ ਫੋੜਾ ਹੀ ਰਹਿ ਗਿਆ। ਸੋ ਇੱਦਾਂ ਕਰਕੇ ਉਹ ਦੋਵੇਂ ਡਾਕਟਰ ਜਿਹੜੇ ਉਹ ਵਾਪਸ ਚਲੇ ਗਏ, ਛੱਡ ਕੇ ਬਾਂਹ ਕੱਟਣ ਦਾ ਖਿਆਲ ਛੱਡ ਗਏ। ਵੈਸੇ ਦਵਾਈ ਖਾਣ ਨੂੰ ਦੇ ਗਏ ਵੀ ਇਹ ਜ਼ਖਮ ਜਿਹੜਾ ਇਹ ਸਹੀ ਹੋ ਜਾਏਗਾ ਤੇ ਮਹਾਂਪੁਰਖੋ ਆਉਣ ਦਾ ਦਵਾਈ ਛਕ ਲਿਓ ਜੇ, ਤੇ ਉਹ ਕੱਟਣ ਵਾਲਾ ਖਿਆਲ ਛੱਡ ਦਿੱਤਾ। ਸੋ ਇਸ ਤਰ੍ਹਾਂ ਮਹਾਂਪੁਰਖਾਂ ਦੀ ਬਾਂਹ ਜਿਹੜੀ ਉਹ ਠੀਕ ਹੋ ਗਈ। ਸੋ ਮਹਾਂਪੁਰਖਾਂ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ, ਸਤਿਗੁਰਾਂ ਨੂੰ ਆਪਣਾ ਸਿਰ ਝੁਕਾਇਆ ਤੇ ਪਰਮ ਧਿਆਨ ਵਿੱਚ ਮਗਨ ਹੋ ਬੈਠੇ।
ਫਿਰ ਇੱਕ ਦੋ ਦਿਨ ਮਹਾਂਪੁਰਖਾਂ ਨੇ ਇਦਾਂ ਹੀ ਫਿਰ ਕੀਤਾ ਕਿ ਨਿੰਮ ਦੇ ਪੱਤਿਆਂ ਨੂੰ ਬੰਨ੍ਹ ਲੈਣਾ, ਬਾਂਹ 'ਤੇ ਉਬਾਲ ਕੇ ਰੱਖ ਕੇ ਅਤੇ ਕੱਪੜਾ ਬੰਨ੍ਹ ਲੈਣਾ। ਸੋ ਇੱਦਾਂ ਕਰਦਿਆਂ ਥੋੜ੍ਹੇ ਦਿਨਾਂ ਦੇ ਪਿੱਛੋਂ ਮਹਾਂਪੁਰਖਾਂ ਦਾ ਉਹ ਹੋੜਾ ਵੀ ਬਿਲਕੁਲ ਠੀਕ, ਜ਼ਖਮ ਵੀ ਬਿਲਕੁਲ ਠੀਕ ਹੋ ਗਿਆ ਅਤੇ ਮਹਾਂਪੁਰਖ ਫਿਰ ਕੀਰਤਨ ਕਰਨ ਜੋਗੇ ਹੋ ਗਏ। ਫਿਰ ਕੀਰਤਨ ਕਰਨ ਲੱਗ ਪਏ। ਇੱਥੇ ਲਾਹੌਰ ਤੋਂ 9/9 ਫਿਰ ਹੋ ਕੇ ਬਿਲਕੁਲ ਠੀਕ ਹੋ ਗਏ ਨਾ। ਜਦੋਂ ਠੀਕ ਹੋਏ ਤਾਂ ਫਿਰ ਇੱਥੇ ਆਪਣੇ ਨਗਰ ਜੱਬੋਵਾਲ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਆ ਗਏ ਅਤੇ ਫਿਰ ਕੁਝ ਸਮਾਂ ਇੱਥੇ ਰਹੇ। ਇੱਥੇ ਰਹਿ ਕੇ ਜਿਵੇਂ ਮਿਸਤਰੀ ਲੱਗੇ ਸੀਗੇ ਉਹ ਥੋੜ੍ਹੀ ਥੋੜ੍ਹੀ ਛਤਾਵਾ ਧੋਤ ਕਰਦੇ ਆ, ਅਤੇ ਇੱਥੋਂ ਰਹਿ ਕੇ ਫਿਰ ਇੱਥੋਂ ਸ਼ਿਮਲੇ ਨੂੰ ਚਲੇ ਗਏ। ਮਹਾਂਪੁਰਖਾਂ ਨੂੰ ਜਦੋਂ ਸ਼ਿਮਲੇ ਤੋਂ ਕੋਈ ਪ੍ਰੇਮੀ ਯਾਦ ਕਰਦਾ ਫਿਰ ਸ਼ਿਮਲੇ ਨੂੰ ਚਲ ਜਾਂਦੇ ਸੀਗੇ, ਫਿਰ ਆ ਜਾਂਦੇ ਸੀਗੇ। ਸੋ ਇਹ ਤਾਂ ਫਿਰ ਇੱਥੋਂ ਆ ਕੇ ਥੋੜ੍ਹੇ ਕੁ ਦਿਨ ਰਹਿ ਕੇ ਅਤੇ ਫਿਰ ਵਾਪਸ ਚਲੇ ਗਏ ਸ਼ਿਮਲੇ ਵਿੱਚ। ਇੱਥੇ ਇਹਨਾਂ ਦਿਨਾਂ ਦੇ ਵਿੱਚ ਇੱਕ ਡਾਕਟਰ ਉੱਤਮ ਸਿੰਘ ਜਿਹੜਾ ਉਹ ਗੁਰਦਾਸਪੁਰ ਦਾ ਸੀ, ਉਹ ਰਹਿੰਦਾ ਸੀਗਾ। ਇਹ ਵਾਇਸਰਾਏ ਦੇ ਸਟਾਫ ਨਾਲ ਡਾਕਟਰ ਸੀ, ਜਿਹੜਾ ਅਫਸਰ ਸੀ ਨਾ ਅੰਗਰੇਜ਼ ਵਾਇਸਰਾਏ, ਉਹਦੇ ਨਾਲ ਇਹ ਡਾਕਟਰ ਸੀਗਾ, ਉਹਦੇ ਸਟਾਫ ਦੇ ਨਾਲ। ਕਿਉਂਕਿ ਜਿਹੜੇ ਅਫਸਰ ਆ ਇਹਨਾਂ ਨੇ ਨਾਲ ਡਾਕਟਰ ਵੀ ਰੱਖੇ ਹੁੰਦੇ। ਹੁਣ ਵੀ ਆਪ ਜੀ ਵੇਖੋ ਨਾ, ਅਤੇ ਉਹ ਜਦੋਂ ਕੋਈ ਮੰਤਰੀ ਆਵੇਗਾ ਵੱਡਾ ਅਤੇ ਉਹਦੇ ਨਾਲ ਜਿੱਥੇ ਪੁਲਿਸ ਆਉਂਦੀ ਹੈ ਉੱਥੇ ਨਾਲ ਡਾਕਟਰ ਵੀ ਹੁੰਦੇ ਆ, ਬਿਜਲੀ ਵਾਲੇ ਵੀ ਹੁੰਦੇ, ਸਾਰੇ ਹੀ ਮਹਿਕਮੇ ਆਏ ਹੁੰਦੇ ਆ। ਸੋ ਇੱਦਾਂ ਕਰਕੇ ਇਹ ਡਾਕਟਰ ਸੀ ਉਹਨਾਂ ਦੇ ਨਾਲ। ਅਤੇ ਇਹ ਡਾਕਟਰ ਸਾਹਿਬ ਇੱਥੇ ਆਪ ਡਬਲ ਨਮੂਨੀਏ ਨਾਲ ਬਿਮਾਰ ਹੋ ਗਿਆ ਉੱਥੇ ਸ਼ਿਮਲੇ ਦੇ ਵਿੱਚ। ਇਹ ਡਾਕਟਰ ਸਾਹਿਬ ਆਪ ਹੀ ਬਿਮਾਰ ਹੋ ਗਿਆ, ਜਿਹੜਾ ਉਹਨਾਂ ਦਾ ਇਲਾਜ ਕਰਨ ਵਾਲਾ ਸੀ ਨਾ, ਇਹਨੂੰ ਨਮੂਨੀਆ ਹੋ ਗਿਆ ਉੱਥੇ। ਅਤੇ ਜਦੋਂ ਇਹਨੂੰ ਨਮੂਨੀਆ ਹੋ ਗਿਆ, ਇਹਦੀ ਐਸੀ ਹਾਲਤ ਨੂੰ ਵੇਖ ਕੇ ਉਹਦੀ ਜਿਹੜੀ ਘਰ ਵਾਲੀ ਸੀ ਨਾ ਪਤਨੀ ਉਹਦੀ, ਬੜਾ ਘਬਰਾ ਗਈ। ਅਤੇ ਉਹਨੇ ਵੇਖਿਆ ਵੀ ਇਹ ਤਾਂ ਹੁਣ ਇਹ ਵਿਗੜਦਾ ਜਾਂਦਾ ਦਿਨੋਂ ਦਿਨ ਇਹਦਾ ਕਾਰਜ। ਉਹ ਸੰਤਾਂ ਦੇ ਕੋਲ ਆ ਗਈ, ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦੇ ਕੋਲ ਗੁਰਦੁਆਰਾ ਸਾਹਿਬ ਆ ਗਈ। ਆ ਕੇ ਰੋਂਦੀ ਰੋਂਦੀ ਨੇ ਸੰਤਾਂ ਦੇ ਪਾਸ ਬੇਨਤੀ ਕੀਤੀ ਅਤੇ ਇੰਝ ਆਖਿਆ, ਸੰਤ ਜੀਓ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰੋ, ਮੇਰੇ ਜਿਹੜੇ ਸਰਦਾਰ ਆ ਨਾ ਡਾਕਟਰ ਉੱਤਮ ਸਿੰਘ ਗੁਰਦਾਸਪੁਰ ਦੇ, ਉਹ ਠੀਕ ਹੋ ਜਾਣ, ਉਹਨਾਂ ਨੂੰ ਆਰਾਮ ਆ ਜਾਵੇ। ਨਹੀਂ ਤਾਂ ਇਹਨਾਂ ਦੇ ਪਿੱਛੋਂ ਜਿਹੜਾ ਇਹਨਾਂ ਦਾ ਭਰਾ ਹੈ ਨਾ, ਉਹ ਬਹੁਤ ਬੁਰੇ ਸੁਭਾਅ ਦਾ ਹੈ, ਉਹ ਮੇਰੇ ਨਾਲ ਬਹੁਤ ਖਰਾਬੀ ਕਰੇਗਾ। ਜੇ ਮੇਰਾ ਘਰ ਵਾਲਾ ਜਿਹੜਾ ਇਹਨੂੰ ਕੁਝ ਹੋ ਗਿਆ, ਇਹਦਾ ਭਰਾ ਨਹੀਂ ਚੰਗਾ, ਉਹ ਮੇਰੇ ਨਾਲ ਬਦਸਲੂਕੀ ਕਰੇਗਾ, ਉਹ ਮਾੜਾ ਹੈ, ਸੁਭਾਅ ਦਾ ਮਾੜਾ ਹੈ, ਉਹ ਬਿਲਕੁਲ ਮਾੜਾ ਬੰਦਾ ਹੈ, ਉਹਨੇ ਕੋਈ ਭਲਾ ਨਹੀਂ ਕਰਨਾ ਮੇਰਾ। ਇਸ ਕਰਕੇ ਜੇ ਮੇਰਾ ਇਹ ਸਰਦਾਰ ਬਚਿਆ ਰਵੇ ਤਾਂ ਮੈਂ ਬਚੀ ਰਵਾਂਗੀ, ਨਹੀਂ ਤਾਂ ਮੇਰੀ ਮਾੜੀ ਹਾਲਤ ਹੋਵੇਗੀ ਜੇ ਮੇਰਾ ਪਤੀ ਮਰ ਗਿਆ। ਤੇ ਇਸ ਕਰਕੇ ਸੰਤ ਜੀਓ ਕਿਰਪਾ ਕਰੋ, ਮੇਰਾ ਪਤੀ ਬਚ ਜਾਵੇ। ਸੋ ਇਹ ਬੀਬੀ ਦੇ ਦੁੱਖ ਭਰੇ, ਇਹਨੇ ਆਪਣੇ ਦੁੱਖ ਭਰੀਆ ਸਾਰੀ ਮਹਾਂਪੁਰਖਾਂ ਨੂੰ ਫਿਰ ਗੱਲ ਦੱਸੀ ਵੀ ਇੱਦਾਂ ਕਰਕੇ ਮੇਰੀ ਬੁਰੀ ਹਾਲਤ ਹੋਵੇਗੀ ਜੇ ਮੇਰੇ ਘਰ ਵਾਲੇ ਨੂੰ ਕੁਝ ਹੋ ਗਿਆ। ਮੇਰਾ ਜਿਹੜਾ ਇਹ ਮੇਰੇ ਘਰ ਵਾਲੇ ਦਾ ਭਰਾ ਹੈ ਨਾ, ਉਹ ਬਹੁਤ ਮਾੜਾ ਹੈ, ਉਹ ਚੰਗਾ ਨਹੀਂ ਹੈ, ਉਹਨੇ ਮੇਰੇ ਨਾਲ ਭਲੀ ਨਹੀਂ ਗੁਜ਼ਾਰਨੀ, ਇਸ ਕਰਕੇ ਕਿਰਪਾ ਕਰੋ ਮੇਰਾ ਘਰ ਵਾਲਾ ਬਾਜੇ। ਉਹ ਰੋਣ ਲੱਗ ਪਈ ਉੱਚੀ ਉੱਚੀ। ਅਤੇ ਮਹਾਂਪੁਰਖਾਂ ਨੇ ਜਦੋਂ ਉਹਨੂੰ ਰੋਂਦੀ ਨੂੰ ਸੁਣਿਆ ਤਾਂ ਦਿਲ ਪਿਘਲ ਗਿਆ ਮਹਾਂਪੁਰਖਾਂ ਦਾ, ਅਤੇ ਵਿਰਾਗ ਨਾਲ ਮਹਾਂਪੁਰਖ ਵੀ ਭਰ ਗਏ। ਉਹਦੀ ਦੁੱਖ ਭਰੀ ਕਹਾਣੀ ਜਦੋਂ ਉਹਨੇ ਸੁਣਾਈ ਨਾ ਆਪਣੀ, ਵੀ ਮੇਰੇ ਨਾਲ ਮਹਾਂਪੁਰਖੋ ਆ ਕੁਝ ਹੋਣਾ ਜੇ ਮੇਰਾ ਘਰ ਵਾਲਾ ਮਰ ਗਿਆ। ਅਤੇ ਮਹਾਂਪੁਰਖ ਵੀ ਵਿਰਾਗ ਨਾਲ ਭਰ ਗਏ। ਸੋਚਿਆ ਕਿ ਅਸਾਂ ਨੇ ਤਾਂ ਆਪਣੇ ਸਰੀਰ ਦੇ ਸੁੱਖਾਂ ਵਾਸਤੇ ਹੀ ਸੁੱਖ ਦਾਤੇ ਵਾਹਿਗੁਰੂ ਜੀ ਤੋਂ ਦਾਤਾਂ ਮੰਗੀਆਂ ਨੇ, ਅਤੇ ਮੰਗਦੇ ਹਾਂ, ਦੇਣਾ ਨਾ ਦੇਣਾ ਉਸ ਦੇ ਸਵੀਕਾਰ ਹੈ, ਪਰ ਜਾਚਕਾਂ ਨੇ ਤਾਂ ਜ਼ਰੂਰ ਮੰਗਣਾ ਹੈ। ਸੋ ਐਸਾ ਸੋਚ ਕੇ ਸੰਤ ਜੀ ਨੇ ਸਨਿਮਰ ਅਰਦਾਸ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਕਿ ਸਤਿਗੁਰੂ ਜੀ ਇਸ ਡਾਕਟਰ ਉੱਤਮ ਸਿੰਘ ਨੂੰ ਆਪ ਜੀ ਆਰਾਮ ਦੇ ਦੇਵੋ, ਡਾਕਟਰ ਸਾਹਿਬ ਨੂੰ ਰੋਗਤਾ ਹੋਵੇ। ਸਤਿਗੁਰ ਨੇ
ਸਾਧ ਸੰਗਤ ਦੀ ਜਿਹੜੀ ਮਿਲਵੀਂ ਅਰਦਾਸ ਸੀ ਉਹ ਪ੍ਰਵਾਨ ਕਰ ਲਈ, ਕਿਉਂਕਿ ਸੰਗਤ ਵਿੱਚ ਅਰਦਾਸ ਕੀਤੀ ਨਾ ਮਹਾਂਪੁਰਖਾਂ ਨੇ, ਤੇ ਨਾਲ ਮਹਾਂਪੁਰਖਾਂ ਨੇ ਸੰਗਤ ਨੂੰ ਕਿਹਾ ਵੀ ਤੁਸੀਂ ਵੀ ਨਾਲ ਹੀ ਸਾਰੇ ਅਰਦਾਸ ਕਰੋ। ਹੁਣ ਮਿਲਵੀਂ ਅਰਦਾਸ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਵਾਨ ਕਰ ਲਈ। ਕੁਝ ਦਿਨਾਂ ਪਿੱਛੋਂ ਡਾਕਟਰ ਉੱਤਮ ਸਿੰਘ ਨੂੰ ਆਰਾਮ ਆ ਗਿਆ। ਸੰਤ ਜੀ ਸ੍ਰੀਮਾਨ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਉਸ ਗੁਰੂ ਮਿਹਰਬਾਨ ਦਾ ਧੰਨਵਾਦ ਕੀਤਾ ਜਿਸ ਨੇ ਇਹਨਾਂ ਦੇ ਅਰਦਾਸ ਕੀਤੇ ਦੀ ਪੈਜ ਤੇ ਬੀਬੀ ਦੀ ਵੀ ਪੱਤ ਰੱਖ ਵਿਖਾਈ ਹੈ। ਸੋ ਇੱਦਾਂ ਕੁਝ ਦਿਨਾਂ ਪਿੱਛੋਂ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਉਹ ਵੀ ਸ਼ਿਮਲੇ ਆ ਗਏ। ਇੱਥੇ ਆਉਣ 'ਤੇ ਸ਼ਿਮਲਾ ਨਿਵਾਸੀਆਂ ਨੂੰ ਬੜਾ ਉਤਸ਼ਾਹ ਹੋਇਆ। ਉਹਨਾਂ ਨੇ ਬੜਾ ਮਹਾਂਪੁਰਖਾਂ ਦਾ ਸਤਿਕਾਰ ਕੀਤਾ। ਸਰਕਾਰੀ ਦਫ਼ਤਰਾਂ ਦੇ ਸਿੱਖ ਸੰਗਤਾਂ ਜਿਹੜੀਆਂ ਦਿੱਲੀ ਤੋਂ ਤੇ ਪੰਜਾਬ ਦੇ ਮੁਲਾਜ਼ਮ ਸੀ ਨਾ, ਇਹ ਗਰਮੀ ਵਿੱਚ ਸਾਰੇ ਉੱਤੇ ਪਹੁੰਚੇ ਸੀ, ਪੜ੍ਹੇ ਲਿਖੇ। ਇਹ ਸਰੀਰ ਕਰਕੇ ਗਰਮੀ ਨੂੰ ਹਟਾਉਣ ਵਾਸਤੇ, ਠੰਡ ਪ੍ਰਾਪਤ ਕਰਨ ਵਾਸਤੇ ਉੱਥੇ ਜਾਂਦੇ ਸਨ। ਪਰ ਕਈ ਤਰ੍ਹਾਂ ਦੀ ਪ੍ਰਭਤਾ ਅਤੇ ਕਲਪਨਾ ਕਾਰਨ ਜੋ ਮਨ ਤਪਦੇ ਸਹਿੰਦੇ ਸੀ ਨਾ, ਉਹ ਇੱਥੇ ਸੰਤ ਬਾਬਾ ਅਤਰ ਸਿੰਘ ਜੀ ਦੇ ਕੀਰਤਨ ਦੁਆਰਾ ਤਪਤ ਨੂੰ ਮਿਟਾਉਂਦੇ ਸਨ, ਮਨ ਨੂੰ ਠੰਡਕ ਪ੍ਰਾਪਤ ਕਰਦੇ ਸਨ। ਜਿਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾਉਂਦੇ ਹਨ ਜੈਤਸਰੀ ਜੀ ਦੀ ਵਾਰ ਅੰਦਰ, ਚੰਦਨ ਚੰਦ ਨਾ ਸਰਦਰ ਉਤ ਮੂਲ ਨਾ ਮਿਟਈ ਘਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਸੋ ਇਸ ਤਰ੍ਹਾਂ ਮਹਾਂਪੁਰਖ ਵੀ ਇੱਥੇ ਪਹੁੰਚ ਗਏ। ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਅਤੇ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਵੀ ਇੱਥੇ ਹੀ ਹਨ। ਰੋਜ਼ਾਨਾ ਸਵੇਰੇ ਸ਼ਾਮ ਕੀਰਤਨ ਅਤੇ ਕਥਾ ਹੁੰਦੀ ਹੈ, ਅਤੇ ਸੰਗਤਾਂ ਜਿਹੜੀਆਂ ਹਨ ਉਹ ਮਹਾਂਪੁਰਖਾਂ ਕੋਲ ਸਰਵਣ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ, ਜੀਵਨ ਨੂੰ ਸਫਲ ਬਣਾ ਰਹੇ ਹਨ। ਉਪਰੰਤ ਜਦੋਂ ਮਹਾਂਪੁਰਖ ਪਿੱਛੋਂ ਬੈਠਦੇ ਆ ਕੀਰਤਨ ਤੋਂ ਕਥਾ ਤੋਂ, ਉਦੋਂ ਬੈਠ ਕਰਕੇ ਸੰਗਤਾਂ ਆ ਕੇ ਮਹਾਂਪੁਰਖਾਂ ਕੋ ਕਈ ਬਚਨ ਬਲਾਸ ਪੁੱਛਦੀਆਂ ਹਨ। ਸੋ ਇੱਕ ਦਿਨ ਐਸਾ ਹੋਇਆ ਵੀ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਵੇਖਿਆ ਵੀ ਇਕਾਂਤ ਵਿੱਚ ਬਾਬਾ ਅਤਰ ਸਿੰਘ ਸਾਹਿਬ ਜੀ ਬੈਠੇ ਆ, ਅਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਜਾਪ ਫਤਿਹ ਗਜਾਈ। ਸੋ ਗਾੜੀਓ ਮਹਾਂਪੁਰਖਾਂ ਨੇ ਵੀ ਫਤਿਹ ਦਾ ਮੋੜਵਾਂ ਜਵਾਬ ਗੱਜ ਕੇ ਦਿੱਤਾ, ਅਤੇ ਨਾਲ ਬੈਠ ਗਏ। ਅਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਗੁਰਬਖਸ਼ ਸਿੰਘ ਜੀ ਲੈਣਾ ਇੱਕ ਨਾ ਅਤੇ ਦੇਣੇ ਦੋ। ਜਦੋਂ ਬੈਠੇ ਨਾ ਲਾਗੇ ਅਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਗੁਰਬਖਸ਼ ਸਿੰਘ ਜੀ ਲੈਣਾ ਇੱਕ ਨਾ ਅਤੇ ਦੇਣੇ ਦੋ। ਐਸਾ ਆਖਦੇ ਹੋਏ ਫਿਰ ਉਹ ਚੁੱਪ ਕਰ ਗਏ ਇੰਨੀ ਗੱਲ ਕਹਿ ਕੇ। ਅਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਵੀ ਚੁੱਪ ਸੀਗੇ, ਬੁਝਾਰਤ ਨੂੰ ਸਮਝਿਆ ਨਹੀਂ, ਸਹਿਮੇ ਜਿਹੇ ਹੋਏ ਚੁੱਪ ਹੋ ਗਏ ਵੀ ਕੀ ਕਿਹਾ ਮਹਾਂਪੁਰਖਾਂ ਨੇ ਵੀ ਲੈਣਾ ਇੱਕ ਨਾ ਦੇਣੇ ਦੋ। ਫਿਰ ਥੋੜ੍ਹੇ ਸਮੇਂ ਪਿੱਛੋਂ ਨਾ ਬੇਨਤੀ ਦੁਆਰਾ ਮਹਾਂਪੁਰਖ ਕਹਿੰਦੇ ਸਮਝਣਾ ਚਾਹਿਆ ਵੀ ਸਾਨੂੰ ਸਮਝ ਨਹੀਂ ਲੱਗੀ। ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਕਹਿੰਦੇ ਬਾਬਾ ਅਤਰ ਸਿੰਘ ਜੀ ਨੂੰ ਕਿ ਮਹਾਂਪੁਰਖੋਂ ਵੀ ਮੈਨੂੰ ਸਮਝ ਨਹੀਂ ਲੱਗੀ, ਤੁਸੀਂ ਜਿਹੜਾ ਬਚਨ ਕੀਤਾ ਹੈ ਨਾ ਕਿ ਲੈਣਾ ਇੱਕ ਨਾ ਦੇਣੇ ਦੋ, ਮੈਨੂੰ ਸਮਝ ਨਹੀਂ ਲੱਗੀ, ਮਹਾਂਪੁਰਖੋਂ ਸਮਝਾਓ। ਅਤੇ ਮਹਾਂਪੁਰਖ ਕਹਿਣ ਲੱਗੇ ਸਾਧੂ ਤਾਦੀ ਤੀਕ ਚੰਗਾ ਰਹਿੰਦਾ ਏ ਜਦੋਂ ਤੱਕ ਵਾਹਿਗੁਰੂ ਸੱਚੇ ਦਾ ਇੱਕ ਨਾਮ ਲੈਂਦਾ ਹੈ। ਸਾਧੂ ਓਨਾ ਚਿਰ ਹੀ ਚੰਗਾ ਏ ਜਿੰਨਾ ਚਿਰ ਉਹ ਇੱਕ ਵਾਹਿਗੁਰੂ ਦਾ ਨਾਮ ਲੈਂਦਾ ਏ। ਲੈਣਾ ਇੱਕ ਨਾ ਅਤੇ ਦੇਣੇ ਦੋ। ਅਤੇ ਉਦੋਂ ਉਲਟਾ ਕਾਰਨ ਇਹ ਹੈ ਵੀ ਸਾਧੂ ਦੀ ਜਿਹੜੀ ਸਿਮਰਨ ਸਦਾ ਹੈ ਉਹ ਨਖੁੱਟ ਜਾਇਆ ਕਰਦੀ ਹੈ ਜਦੋਂ ਉਹ ਵਾਰ ਸ਼ਰਾਬ ਦੇਣੇ ਸ਼ੁਰੂ ਕਰ ਦਿੰਦਾ ਹੈ। ਸੋ ਇੱਦਾਂ ਐਸੇ ਹੋਰ ਵੀ ਕਈ ਤਰ੍ਹਾਂ ਦੇ ਅੰਮ੍ਰਿਤ ਬਚਨ ਜਿਹੜੇ ਨਾ ਉਹ ਸੰਤ ਬਾਬਾ ਅਤਰ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਦੱਸਦੇ ਨੇ ਵੀ ਆਪਣੇ 'ਤੇ ਕਾਬੂ ਪਾ ਕੇ ਰੱਖਣਾ ਹੈ। ਕਿਸੇ ਨੂੰ ਵਰਨ ਅਤੇ ਸਰਾਫ ਇਹਨਾਂ ਬੰਨਿਆਂ 'ਚ ਨਹੀਂ ਲੱਗ ਜਾਣਾ, ਬੰਦਗੀ ਵੱਲ ਧਿਆਨ ਰੱਖਣਾ ਹੈ। ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਗੁਰਬਖਸ਼ ਸਿੰਘ ਜੀ ਲੈਣਾ ਇੱਕ ਨਾ, ਵੀ ਉਸ ਵਾਹਿਗੁਰੂ ਦਾ ਨਾਂ ਤਾਂ ਲੈਣਾ ਨਹੀਂ ਅਤੇ ਦੇਣੇ ਦੋ। ਕਿਸੇ ਨੂੰ ਸਰਾਪ ਦੇ ਦਿੱਤਾ, ਕਿਸੇ ਨੂੰ ਵਰ ਦੇ ਦਿੱਤਾ। ਅਤੇ ਜਦੋਂ ਸਾਧੂ ਇਹਨਾਂ ਕੰਮਾਂ 'ਚ ਪੈ ਜਾਂਦਾ ਕਹਿੰਦੇ ਫਿਰ ਨਹੀਂ ਗੱਲ ਬਣਦੀ, ਫਿਰ ਨਖੁੱਟ ਜਾਂਦਾ, ਆਪਣੀ ਕਹਾਣੀ ਤੋਂ ਵੱਖਰਾ ਹੋ ਜਾਂਦਾ ਏ। ਅਤੇ ਲੈਣਾ ਇੱਕ ਨਾ ਵੀ ਸਿਮਰਨ ਕਰਨਾ ਏ, ਉਹ ਇੱਕ ਵਾਹਿਗੁਰੂ ਦਾ ਨਾਮ ਲੈਣਾ ਏ, ਉਹਦਾ ਨਾਮ ਜਪਣਾ ਅਤੇ ਵਰ ਸਰਾਪਾਂ 'ਚ ਨਹੀਂ ਪੈਣਾ। ਪਰ ਜਿਹੜੇ ਸਾਧੂ ਇਹਨਾਂ ਕੰਮਾਂ 'ਚ ਪੈ ਜਾਂਦੇ ਆ ਨਾ
ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ, ਤੇ ਜਿਹੜੀ ਕੋਈ ਬੰਦਗੀ ਕੀਤੀ ਹੁੰਦੀ ਉਹ ਵੀ ਘਟ ਜਾਂਦੀ ਹੈ। ਜਿਵੇਂ ਇੱਕ ਵਾਰੀ ਸਾਧੂ ਬਚਨ ਸੁਣਾਉਂਦੇ ਸੀ ਨਾ, ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਸੀ ਉਹ ਇੱਕ ਵਾਰੀ ਦਲ ਲੈ ਕੇ ਜਾ ਰਹੇ ਆ, ਦਲ ਲੈ ਕੇ ਜਾ ਰਹੇ ਅਤੇ ਉਹ ਨਾਲ ਘੋੜੇ ਸੀਗੇ, ਫੌਜ ਹੈ ਨਾਲ, ਅਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਉਹ ਵੱਡਾ ਘੋੜਾ ਸੀਗਾ, ਉਹਨੂੰ ਉੱਚੇ ਥਾਂ 'ਤੇ ਕਰਕੇ ਉਹ ਬੰਨ੍ਹਦੇ ਸੀਗੇ ਵੀ ਹੁਣ ਜਿਹੜਾ ਬਾਦਸ਼ਾਹ ਦਾ ਘੋੜਾ ਹੋਵੇ ਉਹਨੂੰ ਘੋੜੇ ਨੂੰ ਸਤਿਕਾਰਿਆ ਜਾਂਦਾ, ਬਾਦਸ਼ਾਹ ਦਾ ਘੋੜਾ ਏ, ਉਹਨੂੰ ਉੱਚੇ ਥਾਂ 'ਤੇ ਇੱਕ ਬੰਨ੍ਹਤਾ ਜਾ ਕੇ। ਉਹ ਜਿੱਥੇ ਬੰਨ੍ਹਤਾ ਉੱਥੇ ਕੋਈ ਸਾਧੂ ਤਪੱਸਿਆ ਕਰਦਾ ਸੀ, ਫਕੀਰ ਕੋਈ, ਉਹਨੇ ਚਿਰ ਨੂੰ ਉਹ ਆ ਗਿਆ, ਰੋਜ਼ ਹੀ ਉੱਥੇ ਕਿਤੇ ਬੰਦਗੀ ਕਰਦਾ ਸੀ। ਬੜਾ ਸਮਾਂ ਨੂੰ ਬੰਦਗੀ ਕਰਦਿਆਂ ਹੋ ਗਿਆ, ਬੜਾ ਸਮਾਂ ਨੇ ਬੰਦਗੀ ਕਰਦਿਆਂ ਲੰਘਾ ਲਿਆ। ਅੱਜ ਕੀ ਹੋਇਆ ਵੀ ਉਹ ਆਇਆ, ਉਹਨੇ ਵੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ, ਉਹਦੀ ਸ਼ਕਤੀ ਜਿਹੜੀ ਆਈ ਸੀ, ਉਹਨੇ ਛੱਟੇ ਮਾਰੇ ਜਲ ਦੇ ਅਤੇ ਉਹ ਘੋੜਾ ਮਰ ਗਿਆ। ਸੇਵਕ ਭੱਜੇ ਗਏ, ਕਹਿੰਦੇ ਜੀ ਉਹ ਘੋੜਾ ਮਰ ਗਿਆ ਏ। ਅਤੇ ਮਹਾਰਾਜਾ ਰਣਜੀਤ ਸਿੰਘ ਸਿਆਣਾ ਸੀ, ਉਹ ਕਹਿੰਦਾ ਉਹਨੂੰ ਖਿੱਚ ਕੇ ਉਹਨਾਂ ਕਰ ਦਿਓ, ਦੂਜਾ ਘੋੜਾ ਬੰਨ੍ਹ ਦਿਓ, ਅਤੇ ਉਹ ਫਕੀਰ ਨੂੰ ਕੁਝ ਨਾ ਆਖਿਓ। ਉਹ ਇੱਕ ਘੋੜਾ ਮਾਰਿਆ, ਦੂਜੇ 'ਤੇ ਛਿੱਟੇ ਮਾਰੇ, ਉਹ ਮਰ ਗਿਆ, ਉਹਨੂੰ ਖਿੱਚ ਲਿਆ। ਉਹਨੇ 15 ਘੋੜੇ ਮਾਰਤੇ, ਜਦੋਂ 16ਵਾਂ ਬੰਨਿਆ ਨਾ, ਉਹ ਤਬਕਿਆ ਘੋੜਾ ਅਤੇ ਹੋਇਆ ਕੱਖ ਨਾ ਨੂੰ। ਕਹਿੰਦੇ ਜੀ ਆਹ ਨਹੀਂ ਮਰਿਆ, ਜਾ ਕੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਵੀ 16ਵਾਂ ਨਹੀਂ ਜੇ ਮਰਿਆ, ਉਹ ਤਬਕ ਕੇ ਹਟ ਗਿਆ ਜੇ। ਅਤੇ ਕਹਿਣ ਲੱਗਾ ਹੁਣ ਉਹਨੂੰ ਸਾਧੂ ਨੂੰ ਫੜ ਲਓ ਜਿਹੜਾ ਫਕੀਰ ਹੈ, ਹੁਣ ਭਾਵੇਂ ਕੁੱਟ ਕੇ ਘਸੁੰਨ ਫਿਰ ਕੇ ਲਿਆਓ, ਉਹਨੂੰ ਮੇਰੇ ਕੋਲ ਲਿਆਓ ਹੁਣ। ਫਿਰ ਉਹਨੂੰ ਲਿਆਂਦਾ, ਅਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਵੇਖ ਕਿੰਨਾ ਸਮਾਂ ਤੈਨੂੰ ਹੋ ਗਿਆ ਇੱਥੇ ਬੰਦਗੀ ਕਰਦਿਆਂ ਨੂੰ, ਅਤੇ ਘੋੜਿਆਂ ਦੇ ਮਾਰਨ ਤੂੰ ਸਾਰੀ ਗਵਾ ਲਈ ਹੈ, ਆਪਣੀ ਸ਼ਕਤੀ ਵਿਖਾਉਣ ਲੱਗਿਆ ਸੀ ਨਾ, ਅਤੇ ਤੂੰ ਸਾਰੀ ਗਵਾ ਲਈ ਹੈ। ਇਹ ਤਾਂ ਘੋੜੇ ਮਾਰੇ, ਤੂੰ ਤਾਂ ਕੁਝ ਵੀ ਕਰ ਸਕਦਾ ਸੀ। ਚੰਗਾ ਹੋਇਆ ਤੇਰਾ ਕੰਮ ਪਹਿਲਾਂ ਹੀ ਨਿਬੜ ਗਿਆ, ਜਿਹੜੀ ਸ਼ਕਤੀ ਸੀ ਉਹ ਜਾਂਦੀ ਰਹੀ। ਜੇ ਤੂੰ ਮਾੜੀ ਜਿਹੀ ਗੱਲ ਨਹੀਂ ਜਰ ਸਕਿਆ ਅਤੇ ਹੋਰ ਕੋਈ ਗੱਲ ਤੂੰ ਕੀ ਜਰਦਾ। ਇਸ ਕਰਕੇ ਜਿਹੜੇ ਵਰ ਸਰਾਪਾਂ 'ਚ ਪੈ ਜਾਂਦੇ ਆ ਨਾ, ਉਹ ਆਪਣਾ ਆਪ ਖਤਮ ਕਰ ਲੈਂਦੇ ਆ। ਅਤੇ ਮਹਾਂਪੁਰਖਾਂ ਨੂੰ ਕਿਹਾ ਬਾਬਾ ਅਤਰ ਸਿੰਘ ਜੀ ਨੇ ਵੀ ਲੈਣਾ ਇੱਕ ਨਾ, ਵੀ ਰੱਬ ਇੱਕ ਦਾ, ਵਾਹਿਗੁਰੂ ਦਾ ਨਾਂ ਲੈਣਾ ਨਹੀਂ, ਅਤੇ ਦੇਣੇ ਦੋ, ਕਿਸੇ ਨੂੰ ਵਾਰ ਦੇਣਾ, ਕਿਸੇ ਨੂੰ ਸਰਾਪ ਦੇਣਾ। ਇਹਨਾਂ ਗੱਲਾਂ ਵਿੱਚ ਪੈ ਕੇ ਜਿਹੜਾ ਸਾਧੂ ਪੂਰਾ ਨਹੀਂ ਉਤਰਦਾ, ਅਤੇ ਇਹਨਾਂ ਗੱਲਾਂ ਵਿੱਚ ਨਹੀਂ ਗੁਰਬਖਸ਼ ਸਿੰਘ ਜੀ ਪੈਣਾ ਕਦੀ ਵੀ। ਕੇਵਲ ਸਿਮਰਨ ਹੀ ਕਰਨਾ ਹੈ ਅਤੇ ਸਿਮਰਨ ਹੀ ਕਰਾਉਣਾ ਹੈ ਸੰਗਤਾਂ ਨੂੰ। ਉਸ ਇੱਕ ਵਾਹਿਗੁਰੂ ਦਾ ਸਿਮਰਨ ਆਪ ਕਰਨਾ ਹੈ ਅਤੇ ਉਸ ਇੱਕ ਵਾਹਿਗੁਰੂ ਦਾ ਸਿਮਰਨ ਹੀ ਸੰਗਤਾਂ ਨੂੰ ਕਰਾਉਣਾ ਹੈ। ਸੋ ਇੱਦਾਂ ਮਹਾਂਪੁਰਖ ਜਦੋਂ ਵੀ ਜਾਂਦੇ ਸੀ ਨਾ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਅਤਰ ਸਿੰਘ ਸਾਹਿਬ ਜੀ ਦੇ ਕੋਲ, ਇਸ ਤਰ੍ਹਾਂ ਡੂੰਘੀਆਂ ਰਮਜ਼ਾਂ ਦੀਆਂ ਜਿਹੜੀਆਂ ਗੱਲਾਂ ਨਾ, ਉਹ ਮਹਾਂਪੁਰਖ ਦੱਸਿਆ ਕਰਦੇ ਸਨ। ਅਤੇ ਆਪਸ ਵਿੱਚ ਦੋਵਾਂ ਮਹਾਂਪੁਰਖਾਂ ਦਾ ਬਹੁਤ ਹੀ ਪ੍ਰੇਮ ਸੀਗਾ। ਸੋ ਇੱਥੋਂ ਤੱਕ ਦਾ ਪ੍ਰਸੰਗ ਆਪ ਜੀ ਨੇ ਅੱਜ ਸਰਵਣ ਕੀਤਾ ਹੈ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ, ਗਾਂਹ ਵਾਸਤੇ ਸੁਮੱਤ ਬਖਸ਼ਣ। ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।